ਅਸਲਾਮ ਅਸਲਾਮ ਵਾਲੇਕਮ ਨਜ਼ਰ ਚੌਹਾਨ ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ 'ਚ ਇਸ ਵਕਤ ਬਾਹਰ ਦਰਜਾ ਹਰਾਰਤ 15 ਡਿਗਰੀ ਸੈਂਟੀਗ੍ਰੇਡ ਹੈ ਔਰ ਥੋੜੀ ਥੋੜੀ ਹਵਾ ਚੱਲ ਰਹੀ ਹੈ ਜਿਸ ਵਜ੍ਹਾ ਦੇ ਨਾਲ ਮੈਂ ਬਾਹਰ ਬੈਠਣ ਦਾ ਸੋਚਿਆ। ਹਾਲਾਂਕਿ ਧੁੱਪ ਹੈ, ਮੇਰੇ ਤੇ ਸੂਰਜ ਪੈ ਰਿਹਾ, ਲੇਕਿਨ ਇਹ ਵੀ ਸਨਲਾਈਟ ਬੜੀ ਬਲੈਸਿੰਗ ਹੈ ਸਾਨੂੰ ਇੱਥੇ ਅਮਰੀਕਾ 'ਚ। ਪਾਕਿਸਤਾਨ ਤੇ ਅਸੀਂ ਬੜਾ ਦੌੜਦੇ ਹੁੰਦੇ ਸੀ ਸੂਰਜ ਤੋਂ। ਲਓ ਜੀ, ਮੈਂ ਤੁਹਾਨੂੰ ਦੱਸਾਂ, ਅੱਜ ਮੈਂ ਸ਼ੁਰੂ ਕਰਾਂਗਾ ਈਰਾਨ ਦੀ ਤਾਰੀਖ ਤੋਂ, ਤਾਂ ਕਿ ਤੁਹਾਨੂੰ ਈਰਾਨ ਦੇ ਬਾਰੇ 'ਚ ਕੁਝ ਪਤਾ ਲੱਗੇ। ਠੀਕ ਹੈ ਜੀ। ਪਰਸ਼ੀਆ, ਇਹ ਬੁਨਿਆਦੀ ਤੌਰ ਤੇ ਪਰਸ਼ੀਆ ਸੀ। ਇਹਦਾ ਨਾਂ ਗਾਲਿਬਨ 1935 ਚ ਰਜ਼ਾ ਸ਼ਾਹ ਪਹਿਲਵੀ ਨੇ, ਜਿਹਨੇ 25 ਚ ਇਕਤਦਾਰ ਲਿਆ ਸੀ, ਸਭ ਐਮਬੈਸੀਜ਼ ਨੂੰ, ਸਭ ਨੂੰ, ਕਿ ਈਰਾਨ ਏਰੀਅਨਸ ਤੋਂ, ਏਰੀਅਨਸ ਇੱਥੇ ਮੂਵ ਕੀਤੇ ਸੀ ਉੱਥੋਂ ਕੋਈ 1000 ਸਾਲ ਪਹਿਲਾਂ, ਬਲਕਿ 1500 ਆਈ ਥਿੰਕ, ਬਿਫੋਰ ਕ੍ਰਾਈਸਟ, ਫਰੋਮ ਦ ਕਾਕਸਸ ਔਰ ਸੈਂਟਰਲ ਏਸ਼ੀਅਨਸ ਤੋਂ ਉਹਨੇ ਏਰੀਅਨਸ ਤੇ ਉਹ ਨਾਂ ਦੇ ਦਿੱਤਾ ਈਰਾਨ। ਠੀਕ ਹੈ ਜੀ। ਈਰਾਨ ਤੇ ਬੜੇ ਹਮਲੇ ਹੋਏ ਔਰ ਈਰਾਨ ਤੇ ਤੁਹਾਨੂੰ ਪਤਾ ਹੈ ਕਿ ਸਟਾਰਟਿੰਗ ਫਰੋਮ ਮੈਸੇਡੋਨੀਆ ਤੋਂ ਅਲੈਗਜ਼ੈਂਡਰ ਦੀ ਗ੍ਰੇਟ, ਔਰ ਉਹ ਤੋਂ ਬਾਅਦ ਰੋਮਨਸ, ਉਹ ਤੋਂ ਬਾਅਦ ਜਨਾਬ ਸਾਹਿਬ ਮੰਗੋਲਸ, ਇਹਨਾਂ ਨੇ ਹਮਲੇ ਕੀਤੇ। ਬਲਕਿ ਉਹ ਹਲਾਕੂ ਖਾਂ, ਉਹ ਤੋਂ ਬਾਅਦ ਤੋਂ ਟੈਮਰਲੈਨ, ਔਰ ਇਹ ਸਾਰੇ ਰੋਮਨਸ, ਅਰਬਸ, ਇਸਲਾਮ ਦੇ ਵਕਤ ਅਰਬਸ, ਨਿਊ ਰਿਲੀਜਨ ਕੇਮ ਇਨ, ਔਰ ਉਮੈਯਦਸ ਨੇ, ਗਾਲਿਬਨ ਉਮੈਯਦ ਦੇ ਦੌਰ ਤੇ ਈਰਾਨ ਤੇ ਕਬਜ਼ਾ ਕੀਤਾ ਗਿਆ ਸੀ ਔਰ ਇਹਨੂੰ ਇਸਲਾਮਾਈਜ਼ ਕਰ ਦਿੱਤਾ ਗਿਆ ਸੀ। ਔਰ ਉਹ ਤੋਂ ਬਾਅਦ ਤੋਂ ਗਾਲਬਨ ਸਫਵੀਦਸ ਨੇ ਇਹਨੂੰ ਸ਼ੀਆ ਰਿਲੀਜਨ ਤੇ ਫਿਕਸ ਕਰ ਦਿੱਤਾ ਸੀ। ਅਬਾਸੀ ਦੇ ਦੌਰ ਤੇ ਇਰਾਨੀਅਨ ਸਕਾਲਰਸ ਤੇ ਪੋਇਟਸ ਤੇ ਇਹਨਾਂ ਤੋਂ ਬੜੇ ਫਾਇਦੇ ਹਾਸਲ ਕੀਤੇ ਜਾਂਦੇ ਸੀ। ਟੈਮਰਲੈਨ ਨੇ ਵੀ ਬਹੁਤ ਇਹਨਾਂ ਤੋਂ ਫਾਇਦਾ ਹਾਸਲ ਕੀਤਾ ਸੀ, ਆਪਣੇ ਵੀ ਉੱਥੋਂ ਆਰਟਿਸਟ ਵਗੈਰਾ ਸ਼ਾਇਰ ਲੈ ਗਿਆ ਸੀ। ਟੈਮਰਲੈਨ ਦਾ ਤੇ ਇਹ ਸੀ ਨਾ ਕਿ ਖੋਪੜੀਆਂ ਦੇ ਮਨਾਰ ਬਣਾਉਂਦਾ ਸੀ, ਪੂਰਾ ਮੁਲਕ ਦਾ ਮੁਲਕ ਕੱਟ ਦਿਓ, ਸਵਾਏ ਰਿਲੀਜੀਅਸ ਪੀਪਲ, ਅਦਬੀ ਲੋਕ ਔਰ ਰਾਈਟਰ, ਬਸ। ਮੈਨੂੰ ਤੇ ਇੰਦਾ ਦਾ ਕੰਮ ਕਰਨ ਦਾ ਸ਼ੌਕ ਹੈ, ਮੈਂ ਉਹਦੇ 'ਚ ਵੱਜ ਜਾਵਾਂਗਾ ਜੀ, ਕੋਈ ਟੈਮਰਲੈਨ ਵਰਗਾ ਆ ਜਾਏ। ਕਿਉਂਕਿ ਮੈਂ ਅੱਜ ਤੁਹਾਨੂੰ ਇਸ ਵਜ੍ਹਾ ਨਾਲ ਦੱਸਣ ਡਿਆ, ਕੱਲ ਮੈਂ ਕਮੈਂਟ ਵੀ ਦੇਖ ਰਿਹਾ ਸੀ, ਮੈਂ ਉਹਨੇ ਕਮੈਂਟਸ ਪढ़ांगा कि हिसाब ਦਾ है कि ये खून में है, हाँ, गुलामी हमारे और उनके खून में गुलामी नहीं है। मैं कहा कि जी ਤੁਹਾਨੂੰ ਦੱਸਦੇ ਹਾਂ ਕਿ ਵਾਕਈ ਹਿਸਟਰੀ ਪ੍ਰੂਵਸ ਇਟ। ਸਾਡੇ ਤੇ ਸਲਤਨਤ ਹਰ ਕੋਈ ਕਰਦਾ ਰਿਹਾ, ਮਜ਼ਹਬ ਬਦਲਣੇ ਨੂੰ ਤਿਆਰ ਹੈ, ਮਾਂ ਬਾਪ ਬਦਲਣੇ ਨੂੰ ਤਿਆਰ ਹੈ, ਪੈਸੇ ਦੀ ਖਾਤਰ, ਮਾਦਾ ਪ੍ਰਸਤੀ ਦੀ ਖਾਤਰ। ਈਰਾਨ ਇੱਕ ਤਹਿਜ਼ੀਬ ਹੈ ਜਿਹਦੇ ਨਾਲ, ਇੱਕ ਸਿਵਲਾਈਜੇਸ਼ਨ ਹੈ ਜਿਹਦੇ ਨਾਲ ਇਹ ਸਾਡੇ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਬਹੁਤ ਪੁਰਾਣੀ ਹੈ, 5000 ਸਾਲ ਤੋਂ, ਬਲਕਿ 50000 ਤੋਂ ਲੋਕ ਇੱਥੇ ਲੋਕ ਰਹਿੰਦੇ, ਟਰੇਸ ਕਰਨ ਦੇ, ਹਿਸਟੋਰੀਕਲ ਐਵੀਡੈਂਸ ਹੈ ਸਾਰੀ। ਚਲੋ ਤੁਸੀਂ 5000 ਸਾਲ ਤੋਂ ਹੀ ਲੈ ਲਓ, ਔਰ ਉਸੇ ਵਕਤ ਬਲਕਿ ਇਨਫਲੂਐਂਸ ਇਹਦਾ ਕਿਸੇ ਵਕਤ ਇੰਡਸ ਵੈਲੀ ਸਿਵਲਾਈਜੇਸ਼ਨ ਤੇ। ਠੀਕ ਹੈ ਜੀ। ਅੱਛਾ, ਇੱਕ ਹੋਰ ਗੱਲ ਜਿਹੜੀ ਮੈਂ ਤੁਹਾਨੂੰ ਇਹਦੇ ਦੱਸਣਾ ਚਾਹੁੰਦਾ ਕਿ ਜ਼ੋਰੈਸਟਰੀਅਨ ਰਿਲੀਜਨ, ਪਾਰਸੀ ਮਜ਼ਹਬ, ਅੱਛਾ, ਇਹ ਈਰਾਨ ਜਿਹੜਾ ਹੈ ਨਾ, ਇਹਦੇ 'ਚ ਅਜ਼ਰਬਾਈਜਾਨ, ਜਾਰਜੀਆ ਔਰ ਆਰਮੇਨੀਆ ਸ਼ਾਮਲ ਸੀ। ਠੀਕ ਹੈ ਜੀ। ਇਹ ਰੂਸ ਦਾ ਕੋਈ ਇਨਵੇਜਨ ਹੋਇਆ ਸੀ ਜਦੋਂ, ਤੇ ਉਦੋਂ ਇਹ ਫਿਰ ਇਹ ਤਿੰਨ ਰੂਸ ਨੇ ਲੈ ਲਿਆ ਸੀ ਈਰਾਨ ਤੋਂ। ਰਸ਼ੀਅਨ ਐਮਪਾਇਰ, ਯੂਨਾਈਟਿਡ ਸਟੇਟਸ, ਸੋਵੀਅਤ ਸਟੇਟ, USSR ਬਣਿਆ। ਬਲਕਿ ਬਾਕੂ ਦੇ ਕੋਲ ਇੱਕ ਪਹਾੜ ਹੈ ਜਿੱਥੋਂ ਕਿ ਅੱਗ ਉਹ ਨਿਕਲਦੀ ਹੈ। ਉਹ ਹਾਲਾਂਕਿ ਗੈਸ ਦਾ ਹੋਣਾ ਹੈ, ਉਹ ਅੱਗ ਨਿਕਲਦੀ ਹੈ ਉੱਥੋਂ, ਦੇਖਣ ਜਾਂਦੇ ਆ ਹਰ ਕੋਈ ਟੂਰਿਸਟ। ਪ੍ਰੋਬੇਬਲੀ ਜ਼ੋਰੈਸਟਰੀਅਨ ਰਿਲੀਜਨ ਉਹ ਅੱਗ ਤੇ ਬਿਲੀਵ ਕਰਦਾ ਹੈ, ਪੂਜਾ ਕਰਦਾ ਹੈ, ਤੇ ਉਹ ਸਮਝਦਾ ਅੱਗ ਸਾਰੇ ਈਵਲ ਨੂੰ ਖਤਮ ਕਰ ਦੇਗੀ। ਉਹ ਅੱਗ ਦਾ ਕਨਸੈਪਟ ਇਹ ਹੈ ਕਿ ਸਾਰੇ ਈਵਲ ਨੂੰ ਅੱਗ ਲੱਗੇ, ਮਨੀਰੇ ਮਿਸਤਰੀ ਸੂਰ ਨੂੰ, ਤੇ ਸਾਰੇ ਬੌਂਡਿਆਂ ਨੂੰ, ਗੰਦਿਆਂ ਨੂੰ, ਗਾਂਡੂਆਂ ਨੂੰ, ਤੇ ਉਹ ਅੱਗ ਦਾ ਕਨਸੈਪਟ ਉਹਨੇ ਦਿੱਤਾ ਹੈ ਸੀ। ਤੇ ਉਹ
ਬਾਕੂ ਤੋਂ ਐਕਚੁਅਲੀ ਸਟਾਰਟਡ, ਬਟ ਇਟ ਵਾਸ ਪਾਰਟ ਆਫ ਈਰਾਨ। ਤੇ ਉਹ ਇੱਕ ਹੀ ਹਿੱਸਾ ਸੀ ਸਾਰਾ ਈਰਾਨ 'ਚ। ਸਾਇਰਸ ਬੜਾ ਮਸ਼ਹੂਰ ਬਾਦਸ਼ਾਹ ਵੀ ਰਿਹਾ ਜ਼ੋਰੈਸਟਰੀਅਨ, ਔਰ ਉਹਦੀ ਫਿਰ ਉਹ ਕੋਈ ਸੈਂਟਰਲ ਏਸ਼ੀਅਨ ਰੀਜਨਸ ਤੇ ਕਿਸੇ ਨਾਲ ਲੜਾਈ ਹੋਈ ਤੇ ਕੋਈ ਉਹ ਕੁਈਨ ਬੜੀ ਅਪਸੈਟ ਹੋ ਗਈ ਸੀ ਕਿ ਉਹਦਾ ਬੱਚਾ ਮਾਰ ਦਿੱਤਾ ਇਹਨੇ, ਮੈਂ ਇਹਦੀ ਡੈਡ ਬੋਡੀ ਵੀ ਲਿਆਓ, ਉਹਨਾਂ ਨੇ ਇਨਵੇਡ ਕੀਤਾ। ਤੇ ਉਹ ਤੋਂ ਬਾਅਦ ਬਲਕਿ ਡਰਾਇਸ ਇਹਨਾਂ ਦਾ ਬਹੁਤ ਅੱਛਾ, ਸਾਡਾ ਇੱਕ ਕਲਾਸ ਫੈਲੋ ਗਵਰਨਮੈਂਟ ਕਾਲਜ ਡਰਾਇਸ ਹੁੰਦਾ ਸੀ, ਡਰਾਇਸ ਪਿਸਟਨ ਜੀ, ਉਹਨੂੰ ਪਿਸਟਨ ਕਹਿੰਦਾ ਹੁੰਦਾ ਸੀ। ਉਹ ਸਾਡੇ ਪਿੱਛੇ ਉੱਤੇ ਘਰਾਂ ਦੇ ਰਹਿੰਦਾ ਸੀ। ਜਮਸ਼ੇਦ ਜੀਜ਼ ਇੱਕ ਮਾਰਕੀਟ ਹੁੰਦੀ ਸੀ, ਜਮਸ਼ੇਦ ਜੀਜ਼ 'ਚ ਪਹਿਲਾਂ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਉੱਥੇ ਸ਼ਰਾਬ ਦੀ ਦੁਕਾਨ ਸੀ, ਓਪਨ ਸ਼ਰਾਬ ਮਿਲਦੀ ਸੀ। ਫਿਰ ਉਹ ਦੁਕਾਨ 75 'ਚ ਬੰਦ ਕਰ ਦਿੱਤੀ ਗਈ ਸੀ ਜਦੋਂ ਭੁੱਟੋ ਨੇ ਉਹ ਕਰ ਦਿੱਤਾ, ਸ਼ਰਾਬ ਬੰਦ ਕਰ ਦਿੱਤੀ ਮੌਲਵੀਆਂ ਦੇ ਪਿੱਛੇ ਲੱਗ ਕੇ। ਹਾਂਜੀ ਅੱਛਾ, ਜ਼ੋਰੈਸਟਰੀਅਨ ਰਿਲੀਜਨ ਨੂੰ ਕਾਫੀ ਹੱਦ ਤੱਕ ਮੈਂ ਨੋਟ ਕੀਤਾ। ਮੈਂ ਤੁਹਾਨੂੰ ਇਹ ਜਿਹੜੀਆਂ ਗੱਲਾਂ ਦੱਸਦੇ ਲੌੜਿਓ ਜੋ ਖੁਦ ਤੇ ਤੁਸੀਂ ਪੜ੍ਹਦੇ ਨਹੀਂ ਨਾ, ਤੁਸੀਂ ਸਰਚ ਕਰਦੇ ਹੋ, ਦੇਖਦੇ ਹੋ। ਅਸੀਂ ਤੇ ਕਿਤੇ ਬਚਪਨ ਪੜ੍ਹੀਆਂ ਐਵੇਂ ਉਹਨਾਂ ਨੂੰ ਵਾਸ਼ ਰੀਨਿਊ ਕਰਨ ਦੀ ਕੋਸ਼ਿਸ਼ ਕਰੀਦੀ ਹੈ ਵਿੱਚ ਡਾਟਸ ਕੇ ਕੀ ਹੈ। ਲੋ ਜੀ, ਇਹਨੇ ਲੀਨੀਅਰ ਟਾਈਮ ਦਿੱਤਾ ਸੀ। ਫਸਟ ਟਾਈਮ ਸਾਈਕਲਿਕ ਚੱਲ ਰਿਹਾ ਸੀ। ਹਿੰਦੂ ਰਿਲੀਜਨ ਕਿਹਾ ਜਾਂਦਾ ਨਾ ਪੁਰਾਣੀ ਹੈ, ਬੁੱਧਸ ਹਿੰਦੂ ਰਿਲੀਜਨ ਸਪੈਸ਼ਲੀ, ਬੁੱਧਾ ਤਾਂ ਗਾਲਿਬਨ ਇਸੇ ਵਕਤ ਸੀ, 3000 ਸਾਲ ਵਾਲਾ ਹੀ ਵਕਤ ਸੀ। ਤੇ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਇਹ ਸਾਈਕਲਿਕ ਨਹੀਂ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ એનર્ਜੀ ਇਨ ਦਾ ਸਾਈਕਲਿਕ ਇਹ ਚੱਲਦੀ ਰਹਿੰਦੀ ਹੈ, ਦੁਨੀਆ ਇਵੋਲਵ ਹੋਈ ਜਾ ਰਹੀ ਹੈ, ਅੱਗੇ बढ़ी ਜਾ ਰਹੀ ਹੈ, ਅੱਗੇ बढ़ी ਜਾ ਰਹੀ ਹੈ। ਹਿੰਦੂਜ਼ ਔਰ ਬੁੱਧਿਸਟ ਇਹ ਫਿਲਾਸਫੀ ਹੈ, ਔਰ ਮੈਂ ਟੂਵਰਡਸ ਇਸ ਫਿਲਾਸਫੀ ਇਨ ਅ ਡਿਫਰੈਂਟ ਵੇ ਆਪਣੀ ਉਹਦੇ ਨਾਲ ਮੰਨਦਾ। ਮੈਂ ਨਾ ਹੀ ਐਕਚੁਅਲੀ ਲੀਨੀਅਰ ਮੰਨਦਾ ਹਾਂ ਕਿ ਇਸ ਤਰ੍ਹਾਂ ਸਟ੍ਰੇਟ ਲਾਈਨ 'ਚ ਜਾ ਰਿਹਾ with a nice designed beginning, middle and end, ਔਰ ਨਾ ਹੀ ਮੈਂ ਇਸ ਤਰ੍ਹਾਂ ਜਾ ਰਿਹਾ ਕਿ ਜੀ ਨਹੀਂ ਇਹ ਸਾਈਕਲਾਂ 'ਚ ਭੰਬਲ ਪੀੜੇ। ਐਡਵਾਂਸ ਹੋ ਰਹੀ ਹੈ towards final unity, spirituality and the light. It is cyclic, it is evolving, going for a further light, ultimate ਰੋਸ਼ਨੀ। ਬਹਰਹਾਲ ਜੀ ਇਹਨਾਂ ਦੀ ਜੁਡਾਇਜ਼ਮ, ਕ੍ਰਿਸਚੈਨਿਟੀ, ਸਪੈਸ਼ਲੀ ਕ੍ਰਿਸਚੈਨਿਟੀ ਔਰ ਇਸਲਾਮ ਨੇ ਇਹਨੂੰ, ਜੁਡਾਇਜ਼ਮ ਨੇ ਵੀ ਫੋਲੋ ਕੀਤਾ ਐਜ਼ ਟੂ end of the times, but in a different way. Zoroastrians exactly hereafter ਦਾ ਕੋਈ concept ਨਹੀਂ ਸੀ ਉਹਨਾਂ ਦਾ। ਇਹ ਜ਼ਰੂਰ ਸੀ ਕਿ ਇੰਡੀਵਿਜੂਅਲ ਸੋਲ ਵੀ ਸਫਰ ਕਰਦਾ ਹੈ ਥੋੜੀ ਦੇਰ ਮਰਨੇ ਤੋਂ ਬਾਅਦ, ਬਟ ਅਲਟੀਮੇਟਲੀ ਵਰਡ ਜਿਹੜੀ ਹੋਏਗੀ ਉਹ ਬਹੁਤ ਕਲੀਨ, ਔਰ ਮੇਰੇ ਹਿਸਾਬ ਦੇ ਮੁਤਾਬਕ ਜਿਹੜੀਆਂ ਉਹ ਮੈਂ ਪ੍ਰੈਡਿਕਸ਼ਨਸ ਵੀ ਦੇਖ ਰਿਹਾ, ਨੰਬਰੋਲੋਜਿਸਟ ਵੀ ਕਹਿ ਰਹੇ, ਐਸਟ੍ਰੋਲੋਜਰਸ ਵੀ ਕਹਿ ਰਹੇ, ਮੇਰੇ ਹਿਸਾਬ ਦੇ ਮੁਤਾਬਕ ਕਿ ਜਿਹੜੀ ਗੁੱਡ ਔਰ ਈਵਲ ਦੀ ਫਾਈਟ ਹੈ, ਜ਼ੋਰੈਸਟਰੀਅਨ ਨੇ ਐਕਚੁਅਲੀ ਉਸ ਫਾਈਟ ਦਾ ਕਨਸੈਪਟ ਦਿੱਤਾ। ਠੀਕ ਹੈ ਨਾ, ਰਹਿਮਾਨ ਔਰ ਸ਼ੈਤਾਨ ਇਸਲਾਮ 'ਚ ਵੀ ਹੈ, ਜਿਸ ਤਰ੍ਹਾਂ ਸੇਟਨ ਐਂਡ ਗੋਡ, ਇਸ ਤਰ੍ਹਾਂ ਦਾ ਜਿਹੜਾ ਉਹ ਹੈ। ਠੀਕ ਹੈ ਜੀ। ਅੱਛਾ, ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਅਸ਼ੂਰਾ ਮਜ਼ਡਾ ਸਾਡੀ ਲਾਈਟ, ਰੋਸ਼ਨੀ, ਟਰੂਥ ਦਾ ਗੋਡ ਹੈ। ਔਰ ਗਾਲਿਬਨ ਹੈਰਾਨ ਕਿ ਕੀ ਇਸ ਤਰ੍ਹਾਂ ਦਾ ਨਾਂ ਆ ਜਿਹੜਾ ਉਹਨਾਂ ਨੇ ਆਪਣੇ ਉਹਦਾ ਦਿੱਤਾ ਹੋਇਆ, ਈਵਲ ਦਾ, ਸੈਟਨ ਦਾ, ਕਿ ਲੜਨਗੇ ਡਾਰਕ ਫੋਰਸਿਸ ਵਿਦ ਟਰੂਥ ਫੋਰਸਿਸ, ਲੜਦੇ ਰਹਿਣਗੇ, ਆਖਰ 'ਚ ਲਾਈਟ ਆ ਜਾਏਗੀ ਐਂਡ ਇਟ ਵੁੱਡ ਬੀ ਟਰੂਥ ਆਲ ਅਰਾਊਂਡ ਫੋਰਐਵਰ, ਇਟਰਨਿਟੀ 'ਚ। ਇਸਲਾਮ ਔਰ ਕ੍ਰਿਸਚੀਅਨਿਟੀ ਇਟਰਨਿਟੀ 'ਚ ਬਿਲੀਵ ਕਰ ਰਹੇ ਆ, ਹੇਅਰ ਆਫਟਰ, ਇਹ ਵਾਲੀ ਦੁਨੀਆ ਤੇ ਨਹੀਂ। ਜ਼ੋਰੈਸਟਰੀਅਨ ਇਸ ਦੁਨੀਆ ਤੇ ਇਟਰਨਿਟੀ, ਮਤਲਬ ਉਹ ਜਿਹੜਾ ਦੌਰ ਹੋਏਗਾ ਉਹ ਬੜਾ ਅੱਛਾ ਗੁੱਡ ਦਾ, ਜਿਸ ਤਰ੍ਹਾਂ ਉਹ ਮੈਂ ਤੁਹਾਨੂੰ ਕਹਿੰਦਾ ਆ ਕਿ ਕੁਛ ਸਪਿਰਚੁਅਲਿਸਟ ਬਿਲੀਵ ਕਰਦੇ ਆ ਕਿ ਅਸੀਂ ਬਿਯੋਂਡ 5 ਸੈਂਸਸ ਦੇਖ ਸਕਾਂਗੇ, ਪਰਦਾ ਉੱਠ ਜਾਏਗਾ। ਐਂਡ ਮੈਂ ਦੇਖਿਆ ਕਿ ਇਸ ਵਕਤ ਜਿੰਨੀ ਅਵੇਅਰਨੈਸ ਆ ਗਈ ਹੈ, ਜਿੰਨਾ ਸੋਸ਼ਲ ਮੀਡੀਆ, ਜਿੰਨੀ ਇਨਫੋਰਮੇਸ਼ਨ ਆ ਗਈ ਹੈ, ਔਰ ਜਿੰਨੀਆਂ ਗੁੱਡ ਫੋਰਸਿਸ ਦੇ ਕੋਲ
ਮਸਲ ਪਾਵਰ ਆ ਗਿਆ ਹੈ। ਮੈਂ ਇੱਥੇ ਤੁਹਾਨੂੰ ਦੱਸ ਰਿਹਾ, ਮੈਂ ਚਾਈਨਾ ਨੂੰ ਗੁੱਡ ਫੋਰਸ ਸਮਝਦਾ ਆ। ਚਾਈਨਾ ਨੇ ਬੜੀ, ਮੈਂ ਰਿਹਾ ਚਾਈਨਾ, ਠੀਕ ਹੈ, ਉਹਨਾਂ ਨੇ ਉਗੀਰਸ ਦੇ ਨਾਲ ਬੜੀ ਜ਼ਿਆਦਤੀ, ਬਟ ਉਹੀ ਚੀਜ਼ ਹੈ ਜਿਹੜੀ ਟਰੰਪ ਵਗੈਰਾ ਇੱਥੇ ਇਮੀਗ੍ਰੈਂਟ ਕਿੱਥੋਂ ਆ ਗਿਆ ਜੀ, ਇਹ ਉਹ। ਉਗੀਰਸ ਦਾ ਇਹ ਥਿੰਕਿੰਗ ਸੀ ਅਸੀਂ ਨੈਚੁਰਲ ਨੇਟਿਵਸ ਹੈ ਇੱਥੇ, ਬੇਸ਼ੱਕ ਤੁਸੀਂ ਡਿਵੈਲਪਮੈਂਟ ਲੈ ਆਏ ਹੋ, ਸਾਨੂੰ ਤੁੰਨੋ ਤੋਂ ਨਾ, ਠੀਕ ਹੈ ਨਾ ਜੀ। ਆਈ ਸਪੋਰਟ ਉਗੀਰਸ ਦੇਅਰ, but development ਉੱਥੇ ਬਹੁਤ ਸੀ, like all American labels were there. That is the year 2010 I am talking to you, when I visited Urumqi, China. ਇਸਲਾਮਾਬਾਦ ਤੋਂ 3 ਘੰਟੇ ਦੀ ਫਲਾਈਟ ਹੈ ਉਰਮਚੀ ਦੀ, ਠੀਕ ਹੈ ਜੀ। ਅੱਛਾ ਜੀ, ਤੇ ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਸੀ ਕਿ ਈਰਾਨ ਤੋਂ ਜ਼ੋਰੈਸਟਰੀਅਨ ਰਿਲੀਜਨ ਹੋਇਆ। ਈਰਾਨ ਨੇ ਬੜੀ ਖੂਬਸੂਰਤੀ ਦੇ ਨਾਲ ਇਸਲਾਮ ਨੂੰ ਵੀ ਅਡਾਪਟ ਕੀਤਾ। ਕਲਚਰਸ ਉਹ ਆਏ, ਉਹ ਇਸਲਾਮਿਕ, ਉਹ ਸੌਰੀ ਇਰਾਨੀਅਨ ਬੇਸਿਕ ਕੈਥੋਸ ਜਿਹੜਾ ਕਲਚਰ ਦਾ ਸੀ, ਉਹ ਨਹੀਂ ਵਾਈਪ ਆਊਟ ਹੋਇਆ, ਉਹ ਬਿਲਕੁਲ ਵਾਈਪ ਆਊਟ ਨਹੀਂ ਹੋਇਆ। ਸ਼ੀਆਜ਼ ਵੀ ਤੁਸੀਂ ਅ ਬਿਟ ਡਿਫਰੈਂਟ ਦੇਖੋਗੇ ਫਰੋਮ ਅਦਰ ਪਲੇਸਿਸ, ਮੁਲਕਾਂ 'ਚ ਜਿੱਥੇ ਸ਼ੀਆਸ ਨੇ, ਠੀਕ ਹੈ ਜੀ। ਅੱਛਾ ਜੀ, ਲਓ ਜੀ, ਉਹ ਫਿਰ ਆਪਣਾ ਮੈਂ ਤੁਹਾਨੂੰ ਇਹ ਬੈਕਗਰਾਉਂਡ ਇਸ ਗੱਲ ਤੋਂ ਦੱਸ ਰਿਹਾ ਸੀ ਕਿ ਇੱਕ ਹੋਰ ਐਂਗਲ ਤੋਂ ਵੀ ਦੇਖੋ ਕਿ ਈਰਾਨ ਇਹ ਜੰਗ ਜਿੱਤ ਜਾਏਗਾ। ਅੱਛਾ, ਫਿਰ ਇਹ ਲੋਕੇਟਡ ਕਿਸ ਤਰ੍ਹਾਂ ਹੈ? ਸਭ ਤਰਫ ਫੋਰਟਰੈਸਸ ਹੈ, ਵਿੱਚ ਡੈਜ਼ਰਟ ਹੈ, ਸਾਰੇ ਬੰਨੇ ਪਹਾੜ ਦਾ ਫੋਰਟਰੈਸ ਹੈ ਮਤਲਬ, ਠੀਕ ਹੈ ਜੀ। ਔਰ ਵਲਨਰੇਬਿਲਿਟੀ ਜਾਰਜੀਆ ਕੋਲ ਸੀ ਥੋੜੀ ਜਿਹੀ, ਅਜ਼ਰਬਾਈਜਾਨ ਦੇ ਉੱਥੇ ਕੋਈ ਵਲਨਰੇਬਿਲਿਟੀ ਸੀ, ਕੈਸਪੀਅਨ ਜਿੱਥੇ ਐਂਡ ਹੋ ਰਿਹਾ ਸੀ, ਠੀਕ ਹੈ ਜੀ। ਉਹ ਫਿਰ ਪਹਾੜ ਜਿਹੇ ਬੜੇ ਆ ਜਾਂਦੇ ਸੀ, ਉੱਥੋਂ ਇੱਕ ਕੱਟ ਆਫ ਹੋ ਗਿਆ ਜਿੱਥੋਂ ਕਨੈਕਸ਼ਨ ਹੋਇਆ ਵਿਦ ਅਜ਼ਰਬਾਈਜਾਨ, ਆਰਮੇਨੀਆ ਔਰ ਇਹ ਸਾਰੇ, ਠੀਕ ਹੈ ਜੀ। ਅੱਛਾ ਜੀ, ਤੇ ਇਹ ਜਿਹੜੀ ਮੌਜੂਦਾ ਸਟਰਗਲ ਹੈ ਇਹਦੇ 'ਚ ਈਰਾਨ, ਔਰ ਤੁਸੀਂ ਦੇਖੋ ਇਨ ਲਰਨਿੰਗ, ਇਨ ਟੈਕਨੋਲੋਜੀ, ਨੌਲੇਜ, ਇਲਮ ਦਾ ਇਹ ਅੰਬਾਰ ਸੀ ਇਹਨਾਂ ਕੋਲ ਰਿਹਾ ਥਰੂ ਆਲ ਥੀਸ 3000 years ਆਫ ਹਿਸਟਰੀ, ਜਿਹੜੀ ਕਿ ਅੱਛੀ ਤਰ੍ਹਾਂ ਰਿਕਾਰਡਡ ਹੈ। ਵੈਸੇ ਤੇ 5000 ਸਾਲ ਦੀ ਸਿਵਲਾਈਜੇਸ਼ਨ ਹੈ, ਕਈ 50,000 ਸਾਲ ਤੋਂ ਵੀ ਇਹਨੂੰ ਟਰੇਸ ਕਰਦੇ ਆ, ਠੀਕ ਹੈ ਜੀ। ਮੈਂ ਚਲੋ ਦੇਖ ਲਓ ਜੀ, ਤੁਸੀਂ 3500 ਸਾਲ ਪਹਿਲਾਂ ਜ਼ੋਰੈਸਟਰੀਅਨ ਰਿਲੀਜਨ ਆਈ ਸੀ, ਔਰ ਕਿਹਾ ਜਾਂਦਾ ਕਿ ਜਿਹੜਾ ਜੂਡਾਇਜ਼ਮ ਹੈ ਉਹ ਤੋਂ ਬਾਅਦ ਸੀ, ਸਲਾਈਟਲੀ ਬਾਅਦ ਤੋਂ ਸੀ। ਕੋਈ ਕਹਿੰਦੇ ਆ ਟਾਈਮ ਓਵਰਲੈਪ ਕਰਨ ਦੇ ਹੈ ਮੋਸਸ ਦਾ ਔਰ ਜ਼ੋਰੈਸਟਰੀਅਨਸ ਦਾ। ਇਹ ਹੈ ਜੀ ਸਿਲਸਿਲਾ ਜਿੱਥੇ ਤੁਸੀਂ ਪਿਚਡ ਆ। ਹੁਣ ਮੈਂ ਤੁਹਾਨੂੰ ਵਾਰ ਫਰੰਟ ਤੇ ਲਿਆਣਾ ਆ ਕਿ ਇਸ ਵਕਤ ਕੀ ਹੋ ਰਿਹਾ। ਕੱਲ ਮੇਰੇ ਵੀਲੋਗ ਨੂੰ ਬੜੀ ਪਜ਼ੀਰਾਈ ਮਿਲੀ, ਵਾਕਈ ਮਨੀਰਾ ਮਿਸਤਰੀ ਸੂਅਰ ਦੇ ਮੈਨੂੰ ਜਿਹੜੀਆਂ ਰਿਪੋਰਟਸ ਨੇ ਇੰਟੈਲੀਜੈਂਸ ਦੀਆਂ, ਅਗਰ ਈਰਾਨ ਸੌਰੀ ਅਗਰ ਮਨੀਰਾ ਮਿਸਤਰੀ ਸੂਅਰ ਇਸ ਜੰਗ 'ਚ ਉਲਝਿਆ ਤੇ ਸਭ ਤੋਂ ਪਹਿਲੀ ਕੈਜੁਅਲਟੀ ਜਿਹੜੀ ਹੈ ਨਾ ਜੀ, ਉਹ ਮਨੀਰਾ ਮਿਸਤਰੀ ਸੂਅਰ ਹੋਏਗਾ। ਈਰਾਨ ਨੇ ਅੱਜ 7 ਜਨਰਲ ਮਾਰ ਦਿੱਤੇ ਫਤਿਹ 2 ਮਿਜ਼ਲਸ ਦੇ ਨਾਲ। ਫਤਿਹ 2 ਬੜਾ ਟ੍ਰਿਕੀ ਜਿਹਾ ਆ ਔਰ ਟ੍ਰੈਜੈਕਟਰੀ ਬਦਲਦਾ ਰਹਿੰਦਾ ਆ। 10 ਇੰਟਰਸੈਪਟਰਸ ਉਹਨੂੰ ਟਰਾਈ ਕਰ ਰਹੇ ਸੀ, ਲੇਕਿਨ ਉਹ ਨਹੀਂ। and 7 top military officers have died. Israel also has admitted, Western media has also, और उन्होंने कहा फतेह 2 ਨੂੰ ਅਸੀਂ ਨਹੀਂ ਕਾਊਂਟਰ ਕਰ ਸਕ ਰਹੇ। ਇਹ ਇਤਿਹਾਦ ਹਰਾਮਜ਼ਾਦੇ ਬਣਾਉਣ ਜਾ ਰਹੇ ਨੇ, ਠੀਕ ਹੈ ਜੀ। ਇਤਿਹਾਦ ਪਾਕਿਸਤਾਨ, ਤੁਰਕੀ ਔਰ ਸਾਊਦੀਆ ਦਾ ਹੋ ਗਿਆ ਹੋਇਆ ਸੀ, ਫਿਰ ਜੰਗ ਸ਼ੁਰੂ ਹੋ ਗਈ। ਨੈਟੋ ਟਾਈਪ ਫੋਰਸਸ, ਤਿੰਨਾਂ ਨੂੰ ਇਸਲਾਮਿਕ ਵਰਲਡ ਦੇ ਚੌਧਰੀ ਬਣਨ ਦਾ ਬੜਾ ਸ਼ੌਕ ਹੈ। ਤੁਸੀਂ ਦੇਖਿਆ ਕਿ ਸਾਊਦੀ ਅਰਬ UAE ਨੂੰ ਮਾਰ ਪੈਂਦੀ ਦੇਖ ਰਿਹਾ ਆ, ਔਰ ਉਹ ਚਾਹੁੰਦਾ ਆ ਕਿ ਉਹਨੂੰ ਮਜ਼ੀਦ ਮਾਰ ਪਏ। ਉਹ ਚਾਹੁੰਦਾ ਆ ਕਿ ਈਰਾਨ ਉਹਨੂੰ ਹੀ ਮਾਰੇ, ਸਾਡੀ ਅੱਲਾ ਨਾ ਆਏ। ਤੁਸੀਂ ਸੋਚੋ, ਮਨੀਰਾ ਮਿਸਤਰੀ ਸੂਅਰ, ਉਰਦੁਗਨ ਔਰ ਮੁਹੰਮਦ ਬਿਨ ਸਲਮਾਨ, ਇਹ ਤਿੰਨੋਂ ਇਸਲਾਮਿਕ ਨੈਟੋ ਫੋਰਸ ਬਣਾ ਕੇ ਯਲਗਾਰ ਕਰਨਗੇ। ਉਹ ਇਹਨਾਂ ਦੀ ਅਖੀਰ ਆਈ ਹੈ, ਸਾਊਦੀ ਅਰਬ ਦੀ ਵੀ, ਤੁਰਕੀ ਦੀ ਵੀ, ਇਹਨਾਂ ਦੀ ਵੀ। ਪੂਰੀ ਦੁਨੀਆ ਇਸ ਵਕਤ ਈਰਾਨ ਦੇ ਨਾਲ ਹੈ। ਪੂਰੀ ਕਲੈਕਟਿਵ ਕੌਨਸ਼ੀਅਸ ਫॉर ਟਰੂਥ ਈਰਾਨ ਦੇ ਨਾਲ ਹੈ ਕਿ ਇਹ ਹੱਕ ਤੇ ਨੇ ਜੀ ਇਹਨਾਂ ਨਾਲ ਸਿਆਤੀ ਹੈ। ਔਰ ਟਰੰਪ ਕੀ ਗੱਲ ਕਰ ਰਿਹਾ
ਜਿਹਨੇ ਕਿਹਾ ਸੀ ਜੀ ਅਸੀਂ ਇਹਨਾਂ ਨੂੰ ਮਾਰ ਦਿਆਂਗੇ, ਖਤਮ ਕਰ ਦਿਆਂਗੇ, ਓਬਲਿਟਰੇਟ। ਟਰੰਪ ਸਾਹਿਬ ਕੀ ਫਰਮਾ ਰਹੇ ਨੇ ਜੀ ਕਿ ਉਹਨਾਂ ਨੂੰ ਈਯੂ ਕੰਟਰੀਜ਼ ਨੂੰ, ਨੈਟੋ ਕੰਟਰੀਜ਼ ਨੂੰ ਚੈਲੰਜ ਕਰ ਰਿਹਾ ਕਿ ਅਗਰ ਤੁਸੀਂ ਇੱਥੇ ਇਕੱਠੇ ਹਮਲਾ ਨਾ ਕੀਤਾ ਫਿਰ ਮੈਂ ਗ੍ਰੀਨਲੈਂਡ ਲੈ ਲੈਣਾ। ਟਰੰਪ ਤੇ ਟਿਪੀਕਲੀ ਉਹ ਜਿਸ ਤਰ੍ਹਾਂ ਕੋਈ ਬਦਮਾਸ਼ ਨੇ ਗਵਾਲ ਮੰਡੀ ਦਾ ਬੈਠਾ ਹੁੰਦਾ ਤੇ ਫਿਰ ਉਹ ਇੰਦਾ ਦੀਆਂ ਗੱਲਾਂ ਤੇ ਕਹਿੰਦਾ ਮਾਝੇ ਇਹ ਨਾ ਕੀਤਾ ਤੇ ਮੈਂ ਕੰਮੂ ਇਹ ਕਰ ਦਿਆਂਗਾ ਤੇ ਕੁੰਮੇ ਨੂੰ ਕਸਾਈ ਨੂੰ ਮਾਰ ਦਿਆਂਗਾ। ਹੈ ਜੀ, ਬਕਵਾਸ ਹੀ ਹੈ ਯਾਰ ਕਿ ਤੁਸੀਂ ਨੇ ਫਿਰ ਮੈਂ ਗ੍ਰੀਨਲੈਂਡ, ਹਾਲਾਂਕਿ ਗ੍ਰੀਨਲੈਂਡ ਉਹ ਲੈ ਸਕਦਾ ਯੂਐਸ, ਲੈਣਾ ਹੀ ਗ੍ਰੀਨਲੈਂਡ ਚਾਹੀਦਾ ਸੀ, ਕਿਊਬਾ ਲੈ ਲੈਂਦਾ, ਅਮਰੀਕਨ ਕੰਟੀਨੈਂਟ ਤੇ ਛਾ ਜਾਂਦਾ ਔਰ ਡਾਲਰ ਨੂੰ ਇਹ ਕੁਛ ਨਹੀਂ ਹੋ ਰਿਹਾ ਸੀ ਇਸ ਵਕਤ ਵੀ। ਡਾਲਰ ਜਿਹੜਾ ਹੈ ਨਾ ਲਾਈਕ ਫਰਮ ਦ ਐਟ ਦੀ ਸਟਾਰਟ ਆਫ ਦ ਵਾਰ ਸਿਰਫ ਯੂਆਨ 5% ਇਰੋਡ ਕਰ ਸਕਿਆ ਸੀ ਡਾਲਰ ਦੀ ਵੈਲਿਊ। ਡਾਲਰ 57% ਟ੍ਰਾਂਜੈਕਸ਼ਨਸ ਲਈ ਯੂਜ਼ ਹੋ ਰਿਹਾ ਸੀ ਇਨ ਦ ਵਰਲਡ। 100% ਤੋਂ 57 were in dollars, 5% in yuan, and remaining rest of the currencies Russian ਜਾਂ ਬਾਕੀ ਉਹ ਜਿਹੜੇ ਉਹਨਾਂ ਦੇ ਕੋਈ ਇਤਿਹਾਦ ਵਿਤਹਾਦ ਦੇ ਉਹ ਚੱਲ ਰਿਹਾ ਸਿਲਸਿਲਾ। And it will certainly take time to replace dollar totally. Time, I mean, 5 ਸਾਲ ਤੇ ਲੱਗ ਜਾਣਗੇ। ਇੱਕਦਮ ਵੀ ਹੋ ਸਕਦਾ, ਤੇਜ਼ੀ ਦੇ ਨਾਲ ਇਹ ਜਦੋਂ ਧੜਮ ਡਿੱਗਦਾ। ਬੇਸਿਕਲੀ ਤੇ ਹੈਜਡ ਹੈ ਸਾਰਾ ਕੁਛ। ਨਿਕਸਨ ਉਹਦਾ ਯਹੂਦੀ ਹੈਨਰੀ ਕਿਸਿੰਜਰ ਬਦਮਾਸ਼ 71 ਚ ਜਦੋਂ ਡੈਫਿਸਿਟ ਬਹੁਤ ਜ਼ਿਆਦਾ ਹੋ ਗਿਆ, ਫੌਜ ਦੀਆਂ ਸਪੈਂਡਿੰਗ ਬਹੁਤ ਜ਼ਿਆਦਾ ਹੋ ਗਈਆਂ ਸੀ, ਇਨਫਲੇਸ਼ਨ ਹੋ ਗਈ, ਦੇ ਕੇਮ ਵਿਦ ਅ ਨੋਵਲ ਆਈਡੀਆ ਆਫ ਪ੍ਰਿੰਟਿੰਗ ਮਨੀ ਐਂਡ ਡੀ-ਲਿੰਕਿੰਗ। ਪੈਜ ਜਿਹੜਾ ਸੋਨੇ ਦੇ ਨਾਲ ਕੀਤਾ ਸੀ ਡਾਲਰ, ਉਹਨੂੰ ਹਟਾ ਲਿਆ। ਫਿਰ ਇਹ ਸੋਚਦੇ ਸੀ ਕਿ ਹੁਣ ਕਿਸ ਤਰ੍ਹਾਂ ਇਹਨੂੰ ਅਸੀਂ ਛਾਪਣ ਤੇ ਲੱਗ ਪਏ ਆ, ਰੀਅਲ ਵਰਥ ਦਾ ਕਿਸ ਤਰ੍ਹਾਂ। ਇਹਨਾਂ ਨੂੰ ਕਿੰਗ ਫੈਸਲ ਵਗੈਰਾ ਮਿਲ ਗਏ 1974 ਚ। ਇਹਨਾਂ ਨੇ ਉਹਨਾਂ ਦੇ ਨਾਲ ਬੈਠ ਕੇ ਇਹ ਫੈਸਲਾ, ਬਲਕਿ ਅਮਰੀਕਾ ਕਿੰਗ ਫੈਸਲ ਆਇਆ ਸੀ ਗਾਲਿਬਨ, ਔਰ ਵਾਅਦਾ ਹੋਇਆ ਸੀ ਕਿ ਪੈਟਰੋ ਡਾਲਰ ਜੋ ਇੱਕ ਰਿਜ਼ਰਵ, ਫਿਰ ਹਰ ਬੰਦੇ ਨੇ ਤੇਲ ਖਰੀਦਣ ਲਈ ਡਾਲਰ ਚਾਹੀਦਾ ਸੀ, ਫਿਰ ਹਰ ਬੰਦੇ ਨੇ ਬਿਜ਼ਨਸ ਲਈ ਉਹ ਡਾਲਰ ਰਿਜ਼ਰਵਸ ਇਸ ਤਰ੍ਹਾਂ ਦੁਨੀਆ ਨੇ ਕੰਟਰੀਜ਼ ਨੇ ਕਰਨੇ ਸ਼ੁਰੂ ਕੀਤੇ। ਜਦੋਂ ਕਿਹਾ ਨਾ ਕਿ ਅਰਜਨਟੀਨਾ ਕੋਲੈਪਸ ਹੋ ਗਿਆ, ਰਿਜ਼ਰਵਸ ਉਹਦੇ ਫਾਲ ਕਰ ਗਏ, ਜਾਂ ਪਾਕਿਸਤਾਨ ਕੋਲੈਪਸ ਹੋਣ ਲੱਗਾ ਆ, ਪਾਕਿਸਤਾਨ ਦੇ ਰਿਜ਼ਰਵਸ ਫਾਲ ਕਰ ਗਏ ਆ, ਫਾਲ ਕਰ ਰਹੇ ਆ, ਜਾਂ ਉਹਨੂੰ ਫਿਰ ਮਸਨੂਈ ਟੁਚਕਾ ਕੇ ਇੰਪੋਰਟ ਬਿੱਲ ਜ਼ਿਆਦਾ ਆਇਲ ਦਾ ਆਉਂਦਾ। ਚਲੋ ਬਾਕੀ ਚੀਜ਼ਾਂ ਦਾ ਤਾਂ ਬਰਦਾਸ਼ਤ ਹੋ ਜਾਂਦਾ, ਇਹ ਤੇ ਵੈਸੇ ਇਹਨਾਂ ਲਈ ਤੇ ਬਾਕੀ ਚੀਜ਼ਾਂ ਦਾ ਵੀ ਉਹ ਜਿਹੜੀ ਉਹ ਨਾਨੀ ਗਸ਼ਤੀ ਦੀ ਕੱਚੀ ਤੇ ਬਰਾ ਆ, ਔਰ ਉਹਦੀ ਸਰਜਰੀ ਔਰ ਲਿਪਸਟਿਕ ਉਹ ਪੱਪੀ ਪੀਟੇ ਜਿਹੜੇ ਆ ਉਹ ਵੀ ਸਾਰੇ ਤੇ ਬਾਹਰੋਂ ਹੀ ਆਉਂਦੇ ਨੇ ਨਾ। ਅੱਛਾ ਜੀ, ਉਹਦੇ ਵਿੱਚ ਟਾਈਮ ਲੱਗੇਗਾ, ਠੀਕ ਹੈ ਜੀ। ਮੈਂ ਹੁਣ ਤੁਹਾਨੂੰ ਇਹ ਜਿਹੜੀ ਅੱਜ ਮੈਂ ਥੋੜ੍ਹੀ ਜਿਹੀ ਇਰਾਨ ਦੀ ਹਿਸਟਰੀ ਦੱਸੀ ਹੈ, ਥੋੜ੍ਹਾ ਜਿਹਾ ਬੈਟਲਫੀਲਡ ਲੇਟੈਸਟ ਦੱਸਿਆ ਆ। ਇਰਾਨ ਇਹਨਾਂ ਨੇ ਗਾਲਿਬਨ ਅੱਜ ਉਹਨਾਂ ਦੇ ਐਟੋਮਿਕ ਜਿੱਥੇ ਹੈ ਮੌਤ ਉੱਥੇ ਵੀ ਕੀਤਾ, ਔਰ ਇਹ ਬੜਾ ਡੇਂਜਰਸ ਹੈ ਐਕਚੁਅਲੀ। ਇਸਰਾਈਲ ਨੂੰ ਕਰਨਾ ਨਹੀਂ ਚਾਹੀਦਾ ਸੀ, ਕਿਉਂਕਿ ਉੱਥੋਂ ਅਗਰ ਉਹ ਪਿਲਫਰ ਕੀਤਾ ਤੇ ਪੂਰੇ ਗਲਫ ਕੰਟਰੀਜ਼ ਉਹਦੇ ਹੋ ਜਾਣਗੇ, ਇਫੈਕਟ ਹੋ ਜਾਣਗੇ। ਉਹ ਜਿਹੜੀ ਉਹ ਤਾਪਕਾਰੀ ਹੁੰਦੀ ਹੈ ਉਹ ਤੋਂ, ਹਾਂਜੀ, ਐਟਮ ਦੀ, ਉਹ ਬੰਮ ਦੀ, ਨਿਊਕਲੀਅਰ ਤਾਪਕਾਰੀ। ਅੱਛਾ ਜੀ, ਅੱਛਾ ਇਹਨਾਂ ਨੇ ਇਹ ਵੀ ਕਰ ਦਿੱਤਾ, ਉਹ ਸਟਿਲ ਹੈ, ਫਰਮ ਹੈ। ਉਹ ਪਾਕਿਸਤਾਨ ਦੇ ਨਾਲ ਕੱਲ ਮੈਨੂੰ ਇੱਕ ਬੰਦੇ ਨੇ ਕਿਹਾ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਕਿਹਾ ਕਿ ਉਡਾ ਦਿਓ ਜਨਰਲ ਨੂੰ, ਉਹਨੇ ਬੜੀ ਤਾਰੀਫ ਕੀਤੀ ਉਹਦੀ। ਮੈਂ ਕਿਹਾ ਇਹ ਜਿਹੜੇ ਬੜੇ ਬ੍ਰਿਲੀਅੰਟ ਕਿਸਮ ਦੇ ਸ਼ਰੂਡ ਲੀਡਰਸ ਜਾਂ ਜਨਰਲਸ ਹੁੰਦੇ ਆ ਨਾ, ਉਹ ਮਾਰਨ ਤੋਂ ਪਹਿਲਾਂ ਤਾਰੀਫ ਕਰਦੇ ਹੁੰਦੇ ਆ। ਅੱਜ ਕਿੱਥੇ ਹੈ ਇਹ ਫੇਵਰੇਟ ਪ੍ਰਾਈਮ ਮਿਨਿਸਟਰ ਤੇ ਫੇਵਰੇਟ ਪ੍ਰੈਜ਼ੀਡੈਂਟ ਹੈ ਜੀ। ਔਰ ਮਨੀਰਾ ਮਿਸਤਰੀ ਸੂਰ ਨੇ ਇਹਨਾਂ ਨੂੰ ਦਹਿਸ਼ਤਗਰਦ ਡਿਕਲੇਅਰ ਕਰਨਾ ਹੈ, ਇਰਾਨ ਦੇ ਇਰਾਨੀਅਨ ਰੈਵੋਲੂਸ਼ਨਰੀ ਗਾਰਡਸ ਨੂੰ, ਇਸਲਾਮਿਕ ਨੈਟੋ ਫੋਰਸ, ਦਹਿਸ਼ਤਗਰਦ ਨਿਊਕਲੀਅਰ ਗਾਰਡ, ਤੇ ਫਿਰ ਇਹ ਤਿੰਨੋਂ ਮੁਲਕ ਡਰ। ਅੱਜ ਜੋ ਸ਼ੀਆ ਪੈ ਗਏ ਜੀ, ਈਦ ਦਾ ਤੁਹਾਨੂੰ ਸਭ ਨੂੰ ਕੱਲ ਵੀ ਮੈਂ ਈਦ ਮੁਬਾਰਕ ਕਹੀ ਸੀ, ਅੱਜ ਫਿਰ ਕਹਿੰਦਾ ਆ। ਬਹੁਤ ਸਾਰੇ ਈਦ ਮੁਬਾਰਕ ਦੇ ਮੈਸੇजेस ਮੈਨੂੰ ਲੋਕਾਂ ਨੇ ਭੇਜੇ। ਕੱਲ ਪਤਾ ਨਹੀਂ ਲੋਕਾਂ ਨੂੰ ਮੇਰਾ
ड्रेस बड़ा पसंद आया। बाय द वे टेल यू दैट मैं पाकिस्तान कमीज शलवार ही पाना आई, या मैं ਉਹ ਕੱਚੀਆਂ ਜਿਹੀਆਂ ਸ਼ਾਰਟਸ ਰੱਖੇ ਨੇ ਰਾਤ ਨੂੰ ਸੌਣ ਲਈ, ਟੀ-ਸ਼ਰਟਸ 2-3, ਬਟ ਆਈ ਵੀਅਰ ਕਮੀਜ਼ ਸ਼ਲਵਾਰ ਇਨ ਪਾਕਿਸਤਾਨ ਸਿੰਸ ਆਈ ਥਿੰਕ ਜਦੋਂ ਮੈਂ ਕੋਈ 2010 7-8 ਤੋਂ ਹੀ, till the time I came to USA ਤੇ ਫਿਰ ਅਸੀਂ ਬੂਟ ਪੈਂਟ ਤੇ ਆ ਗਏ ਬਾਈ ਡਿਫਾਲਟ ਆ ਗਏ। ਹਾਂਜੀ, ਅਜੀਬ ਜਿਹਾ ਲੱਗਦਾ, बट यस कमीज शलवार लुक्स नाइस ऑन मी एंड ज़रा थोड़ा जिहा और पतला हो गया, शायद और ज़्यादा अच्छा हो जाए। दुआ करो, मेरे नज़दीक ये टाइम करीब है ਹੁਣ ਇਹ ਜੰਗ ਹੱਕ ਔਰ ਬਾਤਲ ਦੀ ਫਾਈਨਲ ਸਟੇਜਸ ਤੇ ਹੈ। ਅੱਲਾਹ ਤਾਲਾ ਨੇ ਈਰਾਨ ਨੂੰ ਪਿਕ ਕੀਤਾ, ਨੇਚਰ ਨੇ, ਕਿ ਇਹ ਟਰੂਥ ਇਸਟੈਬਲਿਸ਼ ਕਰਵਾਏਗਾ। ਔਰ ਇਸ ਵਕਤ ਕੋਈ ਮੇਰੇ ਜ਼ਹਨ 'ਚ ਇਹ ਚੀਜ਼ ਨਹੀਂ ਹੈ ਕਿ ਕਿਸ ਤਰ੍ਹਾਂ ਕੁਦਰਤ ਨਹੀਂ ਮਦਦ करे। कुदरत मदद कर रहे, ओही अबाबील वाला मसला, ओही जंगे बदर वाला मसला, सेम। ईरान कुछ सोच भी नहीं सकता सी कि इन्ना ज्यादा मुकाबला देगा। इतने काश मनीरा मिस्त्री सूअर वर्गे बंदे सपोर्ट, ईरान सिर्फ इन्हों ये कहन दे है कि मैं तुहाड़ियां तारीफां इसलिए कर रहा, यू डू नॉट जंप इनटू द वार। उल्टा तुसी अफगानिस्तान नाल भी ना लड़ो, मैं सलाह करा। ये बहुत कंजर और हरामज़ादा आदमी है। 100 and thousands of evil satanic forces ਦਾ ਸਰਗਨਾ ਆ ਮਨੀਰਾ ਮਿਸਤਰੀ, ਸਰਗਨਾ ਆ। ਔਰ ਇਹਦੇ ਨਾਲ ਉਹ ਜਿਹੜੇ ਮਾਦਾ ਪ੍ਰਸਤ ਮਿਲੇ ਹੋਏ ਅਕਾਊਂਟ ਟਵਿੱਟਰ ਸ਼ਵਿਟਰ ਤੇ ਲੱਗੇ ਹੋਏ ਕਿ ਜੀ ਇਹ ਦਹਿਸ਼ਤਗਰਦਾਂ ਨੂੰ, ਉਹਨਾਂ ਨੇ ਉਹੀ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹਨਾਂ ਮੌਲਵੀਆਂ ਨੂੰ ਚੁੱਕ ਲਓ, ਉਹ ਸ਼ੀਆ ਆਲਮਾਂ ਨੂੰ ਚੁੱਕ ਲਓ। ਅੰਦਾਜ਼ਾ ਲਾਓ ਜੀ। ਔਰ ਪ੍ਰੋਜੈਕਟ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਸ਼ੀਆ ਨੂੰ ਤਕਲੀਫ ਹੈ ਈਰਾਨ ਦੀ, ਐਜ਼ ਇਫ ਬਾਕੀ ਸ਼ੀਆ ਤੋਂ ਇਲਾਵਾ ਪਾਕਿਸਤਾਨ 'ਚ ਕੋਈ ਈਰਾਨ ਨੂੰ ਸਪੋਰਟ ਹੀ ਨਹੀਂ ਕਰਦਾ। ਤੁਹਾਨੂੰ ਪਤਾ ਹੈ, ਕੱਲ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਮੈਂ ਆਪਣਾ, ਮੇਰਾ ਦਾਮਾਦ ਕਹਿ ਰਿਹਾ ਸੀ ਪਰਸੋਂ ਚੌਥ, ਇੱਥੇ ਇੱਕ ਵਲੀ ਮਸਜਿਦ ਹੈ ਬੜੀ ਵੱਡੀ, ਕਿ ਉੱਥੇ ਉਹਨਾਂ ਨੇ ਕਿਹਾ ਜੀ ਇਹ ਈਰਾਨ ਐਗਰੈਸਰ ਹੈ, ਇਹ ਉਹ। ਤੇ ਮੈਂ ਕਿਹਾ ਤੂੰ ਸੁਣਦਾ ਰਿਹਾ? ਤੇ ਕੱਲ ਉੱਥੇ ਪ੍ਰਾਈਮ ਮਿਨਿਸਟਰ, ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਸੀ, ਇੱਕ ਜਗ੍ਹਾ ਮਸਜਿਦ 'ਚੋਂ ਪੈ ਗਏ ਲੋਕੀ। ਇੱਕ ਤੇ ਉਹਨੂੰ ਕੁੱਟਣ ਲੱਗਾ ਸੀ, ਉਹਨਾਂ ਨੇ ਚੁੱਕ ਕੇ ਬਾਹਰ ਮਾਰਿਆ। ਔਰ ਉਹਨਾਂ ਨੇ ਕਿਹਾ ਜੀ ਹਾਊ ਡੇਅਰ ਯੂ ਆਰ ਸਪੋਰਟਿੰਗ US ਐਂਡ ਇਸਰਾਈਲ ਐਂਡ ਵੀ ਮੁਸਲਿਮਸ ਆਰ ਬੀਇੰਗ ਕਿਲਡ ਬਾਈ ਯੂ ਪੀਪਲ। ਉਹਨੇ ਖੈਰ ਬੜੀ ਪੇਸ਼ੈਂਟਲੀ ਸੁਣਿਆ। ਇਹ ਚੀਜ਼ ਮੈਂ ਇੱਥੇ 2 ਸਾਲ ਪਹਿਲਾਂ ਬਕਰਾ ਈਦ ਤੇ ਕੀਤੀ ਸੀ, ਔਰ ਮੈਂ ਉਹਨੂੰ, ਮੇਅਰ ਨੂੰ ਕਿਹਾ ਸੀ, ਮੈਂ ਕਿਹਾ ਇਹਨੂੰ ਚੁੱਕੋ, ਕੱਛਾ ਪਾ ਕੇ ਡਰੰਕ ਹਾਲਤ 'ਚ ਆ ਗਿਆ ਦੱਲੋ। ਉਸ ਵਕਤ ਪੈਲਸਟੀਨ ਤੇ ਗਾਜ਼ਾ ਤੇ ਜ਼ਿਆਦਤੀ ਕਰ ਰਹੇ ਸੀ। ਇਹਨਾਂ ਨੇ ਸਾਰੇ ਮੇਰੇ ਖਿਲਾਫ ਹੋ ਗਏ, ਸਾਰੇ ਨਮਾਜ਼ੀ ਮੇਰੇ ਤੇ ਚੜ ਗਏ। ਮੈਂ ਜਾ ਹੀ ਨਹੀਂ ਸਕਿਆ ਉਹਦੇ ਤੱਕ, ਨਹੀਂ ਤੇ ਉਹਨੂੰ ਮੈਂ ਤੁੰਤਨ ਦੇਣਾ ਸੀ। ਹੁਣ ਮੈਂ ਮਸਜਿਦ 'ਚ ਇਸ ਲਈ ਨਹੀਂ ਜਾਂਦਾ। ਮੇਰੀ ਬੇਟੀ ਵੀ ਕਹਿ ਰਹੀ ਸੀ ਕਿ ਦੁਆ ਮੰਗਵਾਈ, ਉਹਦੇ 'ਚ ਹੀ ਚਲੋ ਕਹਿੰਦੇ ਕਿ ਜਿੱਥੇ ਵੀ ਮੁਸਲਮਾਨਾਂ ਨਾਲ ਜ਼ਿਆਦਤੀ ਹੋ ਰਹੀ ਹੈ, ਹੋਰ ਬਿਲਕੁਲ ਨਹੀਂ, ਦੁਆ ਵੀ ਨਹੀਂ ਮੰਗਵਾਈ ਗਈ। ਐਡਾ ਜ਼ਿਆਦਾ ਮਾਦਾ ਪ੍ਰਸਤੀ ਨਾਲ ਰਾਮ 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 ਰਾਮ। ਹਿੰਦੂ ਤਾਂ ਚਲੋ ਹੋਣ ਹੀ ਯਾਰ, ਪੈਸਾ ਉਹਨਾਂ ਦਾ ਭਗਵਾਨ ਹੈ, ਠੀਕ ਹੈ, ਤੁਸੀਂ ਤੇ ਨਾ ਜੀ ਹੋਵੋ। ਮੇਰੀ ਆਖਰ 'ਚ ਤੁਹਾਨੂੰ ਰਿਕੁਐਸਟ ਹੈ ਕਿ ਯਕੀਨ ਕਰੋ, ਆਪਣੇ ਦਿਲ 'ਚ ਯਕੀਨ ਬਿਠਾ ਲਓ ਕਿ ਹੁਣ ਗੁੱਡ ਐਂਡ ਈਵਲ ਦੀ ਜਿਹੜੀ ਬੈਟਲ ਹੈ, ਇਹਦੇ 'ਚ ਗੁੱਡ ਨੇ, ਟਰੂਥ ਨੇ, ਸੱਚ ਨੇ, ਹੱਕ ਨੇ ਜਿੱਤਣਾ ਆ। ਖੁਦਾ ਦੇ ਵਾਸਤੇ ਆਪਣਾ ਕਿਬਲਾ ਤਬਦੀਲ ਕਰ ਲਓ। ਮੈਂ ਜਾਂਦੇ ਹੋਏ ਤੁਹਾਨੂੰ ਕੁਛ ਕਮੈਂਟਸ ਲੋਕ ਫਿਰ ਕਹਿੰਦੇ ਆ ਜੀ, ਇੱਕ ਨੇ ਕੱਲ ਕਿਹਾ ਜੀ ਤੁਸੀਂ ਸਰ ਮੇਰਾ ਨਹੀਂ ਪੜ੍ਹਿਆ ਸੀ। ਮੈਂ ਕਿਹਾ ਅੱਛਾ ਜੀ, ਮੈਂ ਪੜ੍ਹ ਦਿੰਦਾ ਆ ਤੁਹਾਨੂੰ ਕੁਛ कमेंट्स। तो जनाब साहब, अच्छा जी, नज़र चौहान साहब, खून की तासीर का बड़ा असर होता है, सर उठाने वाले कीमत अदा करते हैं। सैयद एम ए कुरैशी। ਇਹਦੇ ਤੇ ਮੈਂ ਤੁਹਾਨੂੰ ਦੱਸ ਦਿੱਤਾ ਕਿ ਯੈਸ, ਇਹ ਪਲੀਤ ਖੂਨ ਹੈ, ਪਲੀਤ ਖੂਨ ਵਾਲੇ ਨੇ। ਫਿਰ ਉਹ ਤੋਂ ਬਾਅਦ ਤੋਂ ਇੱਕ ਸੀ, ਚੌਹਾਨ ਸਾਹਿਬ ਤੁਹਾਨੂੰ ਸਲੂਟ, ਮੁਸਲਮਾਨਾਂ ਨੂੰ ਤੁਹਾਡੇ ਵਰਗੇ ਇਨਸਾਨਾਂ ਦੀ ਬਹੁਤ ਜ਼ਰੂਰਤ ਹੈ ਜਿਹੜੇ ਫਿਰਕੇ ਤੇ ਇਸਲਾਮ ਤੇ ਇਨਸਾਨੀਅਤ ਨੂੰ ਤਰਜੀਹ ਦਿੰਦੇ ਨੇ। ਜਜ਼ਾਕੱਲਾ। ਹਾਂ, ਮੈਂ ਅਲਹਮਦੁਲਿਲਾ ਸ਼ੀਆ ਵਾਂ, ਲੇਕਿਨ ਮੈਂ ਨਹੀਂ ਸਮਝਦਾ ਕਿ ਅੱਲਾ ਮੁਹੰਮਦ ਵਾਲੇ ਮੁਹੰਮਦ ਸੱਲੱਲਾਹੁ अलैहि वसल्लम
ਦੀਨ ਹੁਸੈਨੀਅਤ ਜੁਦਾ ਹੈ, ਔਰ ਨਾ ਹੀ ਇਹਨਾਂ ਦਾ ਤਾਲੁਕ ਫਿਰਕੇ ਨਾਲ ਹੈ, ਇਹਨਾਂ ਦਾ ਤਾਲੁਕ ਤੇ ਇਨਸਾਨੀਅਤ ਔਰ ਜ਼ਿੰਦਾ ਜ਼ਮੀਰਾਂ ਦੇ ਨਾਲ ਹੈ ਬਸ। ਤੇ ਜਿਹਦੇ ਵਿੱਚ ਇਨਸਾਨੀਅਤ ਨਹੀਂ ਹੈ ਜਾਂ ਜਿਹਦਾ ਜ਼ਮੀਰ ਮੁਰਦਾ ਹੈ, ਉਹਦਾ ਇਹਨਾਂ ਨਾਲ ਕੋਈ ਤਾਲੁਕ ਨਹੀਂ, ਔਰ ਨਾ ਹੀ ਇਹਨਾਂ ਦਾ ਉਹਦੇ ਨਾਲ ਕੋਈ ਤਾਲੁਕ ਹੈ। ਬਸ ਇਸ ਤੋਂ ਇਲਾਵਾ ਸਭ ਦੁਨਿਆਵੀ ਖੇਡ ਤਮਾਸ਼ਾ ਤੇ 2 ਨੰਬਰੀ ਹੈ। ਵੈਰੀ ਗੁੱਡ ਕਮੈਂਟ ਕਿ ਫਿਰਕਿਆਂ ਡਿਸਟਿੰਕਸ਼ਨ ਉਹ ਤੁਸੀਂ ਕਰ ਸਕਦੇ ਹੋ, ਲੇਕਿਨ ਐਟ ਦੀ ਹਾਰਟ ਆਫ ਇਟ ਇਜ਼ ਇਨਸਾਨੀਅਤ ਐਂਡ ਟਰੂਥ, which you should say being a Shia also being a Sunni, humbly, Deobandi, truth. Yes, unless ਕਿ ਤੁਸੀਂ ਝੂਠ ਨੂੰ ਫੋਲੋ ਕਰੋ ਆਪਣੀ ਕਿਸੇ ਦੁਕਾਨ ਲਈ ਹੋ ਇੰਜੀਨੀਅਰ ਮਿਰਜ਼ਾ ਦੀ ਤਰ੍ਹਾਂ, ਕਿਸ ਤਰ੍ਹਾਂ ਉਹ ट्रूथ ਨੂੰ ਝੂਠ ਨੂੰ फॉलो कर रहा है। बेवकूफ़ पाकिस्तानी कहते हैं कि ईरान के बाद पाकिस्तान का नंबर है। भाई पाकिस्तान मलकियत है फ़ौज की, और ये नापाक फ़ौज तो है ही अमरीकी फ़ौज का एक ब्रिगेड, यानी ये इसराइल अमरीकी फ़ौज का हिस्सा है, तो पाकिस्तान को कैसे दोगे, नुकसान देंगे। यानी आप लोग इसराइल अमरीका का टट्टू मुल्क है। अगर वाकई खुद को आज़ाद बंदों का मुल्क बनाना चाहते हो तो इस नापाक फ़ौज से आज़ादी हासिल करें, फ़ौज को वापस बैरक्स और बॉर्डर पर धकेलें, अवाम का मुल्क बनाएं, फिर अवामी लीडर पाकिस्तान के फैसले करेंगे। वरना मौजूदा हालात में आप सिर्फ गधे हैं और फ़ौज मुल्क की मालिक है। क्या इन्हों ते मैं एक्सप्लेन करना महसूस ही नहीं समझदा। I will love Iran more if she succeeds to do so, चौहान साहब। इस मनहूस से जान छूट जाए तो मैं भी पाकिस्तान में कुछ इन्वेस्ट करूंगा। Frankly speaking, the moment Munira Mistri's sewer is removed, first flight I'll take for Pakistan and live in Pakistan for doing something good for Pakistan. Overseas Pakistanis ਦਾ ਮੈਂ ਇਸ ਲਈ ਪਲੇਟਫਾਰਮ ਬਣਾ ਰਿਹਾ, ਉਹ ਮੈਂ ਡੌਨ ਸਾਹਿਬ ਨੂੰ ਵੀ ਕਹਿ ਰਿਹਾ ਕਿ ਤੁਸੀਂ ਪਲੇਟਫਾਰਮ ਬਣਾਓ। ਫਿਰ ਇੱਕ ਕਮੈਂਟ ਸੀ, ਅਸਲਾਮ ਅਲੈਕੁਮ, may the mercy and blessings of Allah be upon you, the light of insight. This is the purpose of nature. This is the symbol of Islam, the pursuit of brotherhood, the abundance of love. Break the bonds of color and blood and get lost in the nation. There is no Tarani left, no Iranian, no Afghani. The Irani leadership is waging jihad together with the entire nation. Eid Mubarak. बहुत अच्छा मैसेज ईद मुबारक था। यस, ईरान ਤੁਹਾਡੀ ਜੰਗ ਲੜ ਰਿਹਾ ਬੇਵਕੂਫੋ, ਟਰਾਈ ਟੂ ਅੰਡਰਸਟੈਂਡ। ਮੁਨੀਰਾ ਮਿਸਤਰੀ ਜਿਹੜਾ ਉਹਨੂੰ ਲੜਨ ਨਹੀਂ ਦੇ ਰਿਹਾ, ਠੀਕ ਹੈ ਜੀ। फिर एक कमेंट सी, नज़र चौहान साहब, मेरा ताल्लुक इंडियन कश्मीर से है, आपसे दिली मोहब्बत है, बहुत अरसे से आपको सुन रहा हूँ, लेकिन मेरे कमेंट नहीं पढ़ते हो। आज मैं पढ़ देता कमेंट। इन्हों का नाम है जी रफ़ीक अहमद शेख। रफ़ीक अहमद शेख साहब वेलकम। मैं तो इंसानियत के बुनियाद ते इंडिया ਨੂੰ भी दुश्मन नहीं समझदा, और सारे लोग ਅਸੀਂ ਇੱਕ ਇਨਸਾਨੀਅਤ ਦੇ ਬੇਸ ਤੇ ਯੂਨਾਈਟ ਹੋਈਏ, irrespective of being Muslims, Christians, Jews even, ਠੀਕ ਹੈ ਨਾ ਜੀ। ਔਰ ਇਹਨਾਂ ਬਦਮਾਸ਼ਾਂ ਤੋਂ, ਡਾਰਕਨੈਸ ਤੋਂ ਵਾਪਸ अपने सिस्टम लइए। फिर एक कमेंट सी, अस्सलाम वालेकुम नज़र साहब, माशाल्लाह बहुत ही प्यारे लग रहे हैं, अल्लाह पाक आपको सलामत रखे। ਉਹ ਮੈਂ ਤੁਹਾਨੂੰ ਦੱਸ ਰਿਹਾ ਸੀ, ਉਹ ਸਰ ਲੁਕਿੰਗ ਵੈਰੀ ਗ੍ਰੇਟ, ਮਾਸ਼ਾਅੱਲਾ, ਹੈਡਸ ਆਫ ਗ੍ਰੇਟ ਐਨਾਲਿਸਿਸ। what you like, it's already a great effort from your side। ਉਹ ਇੱਕ ਨੇ ਕਿਹਾ ਤੁਸੀਂ ਜੋ ਮਰਜ਼ੀ ਕਰਿਆ ਕਰੋ ਸਰ, ਤੁਹਾਡੇ ਤੋਂ already great effort ਹੈ। ਕੱਲ ਤੱਕ ਲਈ ਇਜਾਜ਼ਤ, ਕੱਲ ਫਿਰ ਤੁਹਾਡੇ ਨਾਲ ਕੋਈ ਥੋੜਾ ਜਿਹਾ ਸਿਰ ਖਪਾਈ ਕਰਾਂਗੇ। ਆਪਣਾ ਬਹੁਤ ਖਿਆਲ ਰੱਖੋ।